ਉਹ ਸਾਰੀਆਂ ਹੱਦਾਂ ਟੱਪ ਕੇ ਆਪਣੀ ਗੁਰਮਤਿ ਨੂੰ ਨਾਸ਼ ਤਿਆਗਦਿਆਂ ਹੋਇਆਂ ਕਿੱਡਾ ਸੋਹਣਾ ਸਾਰਾ ਕੁਝ ਸਜਿਆ ਹੋਇਆ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ। ਜੋ ਮੇਰੇ ਵੀਰ ਜੀ ਸ਼ਾਇਦ ਇਹਨਾਂ ਬਾਰੇ ਜ਼ਿਆਦਾ ਨਹੀਂ ਪਤਾ, ਜੇ ਦੱਸਿਆ ਹੋਏ ਮੈਨੂੰ ਪਤਾ ਲੱਗਿਆ ਸਰਦਾਰ ਮੇਰੇ ਅਤੀ ਸਤਿਕਾਰਯੋਗ ਜਸਵੀਰ ਸਿੰਘ ਜੀ, ਜੋ ਇਹਨੀ ਦੱਸਣਾ ਵੀ ਕੀਤਾ ਮਹਾਂਪੁਰਖਾਂ ਦੇ ਖਾਨਦਾਨ ਵਿੱਚੋਂ ਭਰਾ ਨੇ ਜਾਂ ਭਤੀਜੇ ਨੇ। ਉਹਨਾਂ ਨੇ ਤਕਰੀਬਨ ਸੰਸਕਾਰਾਂ ਬਾਰੇ ਆਪ ਜੀ ਨੂੰ ਕਾਫੀ ਜਾਣਕਾਰੀ ਕਰਾਣੀ ਕੀਤੀ। ਪਰ ਅੱਜ ਸਾਨੂੰ ਇਹਨਾਂ ਸੰਸਕਾਰਾਂ ਨੂੰ ਮੰਨਣ ਦੀ ਲੋੜ ਹੈ ਔਰ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ। ਕੌਮੀ ਪਿਆਰ ਦੀ ਲੋੜ ਹੈ ਤੇ ਨਾਲ ਨਾਲ ਕੁਛ ਐਸੀਆਂ ਹੈ ਗੱਲਾਂ ਜਿਨ੍ਹਾਂ ਨੂੰ ਅਸੀਂ ਸਮਾਜਿਕ ਤੌਰ ਤੇ, ਕਿਉਂਕਿ ਆਪ ਜੀ ਨਾਲ ਵੀਰ ਜੀ ਨੇ ਸਾਂਝ ਪਾਉਂਦਿਆਂ ਕਹਿਣਾ ਕੀਤਾ ਕਿ ਜ਼ਿੰਦਗੀ 'ਚ ਕਈ ਉਤਰਾਅ ਚੜ੍ਹਾਅ ਆਉਂਦੇ ਨੇ, ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ। ਹਰ ਜੀਵਨ ਵਿੱਚ ਹੀ ਆਉਂਦੇ ਨੇ, ਅਮੀਰੀ ਵੀ ਹੈ ਗਰੀਬੀ ਵੀ ਹੈ। ਅਮੀਰ ਕਿਸੇ ਵੀ ਟਾਈਮ ਗਰੀਬ ਹੋ ਸਕਦਾ, ਗਰੀਬ ਕਿਸੇ ਵੀ ਟਾਈਮ ਅਮੀਰ ਹੋ ਸਕਦਾ, ਪਰ ਗੁਰਬਤ ਜਿਹੜੀ ਅਮੀਰੀ ਹੈ ਉਹ ਗੁਰੂ ਕੀ ਰਹਿਤ ਬਹਿਤ ਤੇ ਗੁਰੂ ਦੇ ਵਿਚਾਰਾਂ ਦੀ ਹੈ, ਤੇ ਜਿਹੜੀ ਗਰੀਬੀ ਹੈ ਉਹ ਗੁਰੂ ਤੋਂ ਦੂਰ ਹੋ ਜਾਂਦੀ ਹੈ। ਆਰਥਿਕ ਤੌਰ ਤੇ ਦੋਏ ਚੀਜ਼ਾਂ ਖੜੀਆਂ ਨੇ। ਗੁਰੂ ਪਾਤਸ਼ਾਹ ਰਹਿਮਤ ਕਰਨ, ਦੂਸਰੇ ਪਾਸੇ ਸੁੱਖ ਤੇ ਦੁੱਖ ਹੈ, ਉਤਰਾਅ ਚੜ੍ਹਾਅ ਜੀਵਨ ਵਿੱਚ। ਜੇ ਲੰਮੀ ਉਮਰ ਹੈ ਫਿਰ ਵਡੇਪਾ ਜਵਾਨੀ ਨਾਲ ਜੋੜ ਦਿੱਤਾ ਹੋਇਆ, ਜੀਵਨ ਦੇ ਨਾਲ ਮੌਤ ਖੜੀ ਕੀਤੀ ਹੋਈ ਹੈ, ਲੋਕ ਦੇ ਨਾਲ ਪਰਲੋਕ ਖੜਾ ਕੀਤਾ ਹੋਇਆ, ਚੰਗਿਆਈ ਦੇ ਨਾਲ ਬੁਰਾਈ ਖੜੀ ਕੀਤੀ ਹੋਈ ਹੈ। ਇਹ ਸਾਰਾ ਕੁਝ ਜੇ ਕੋਈ ਵੀ ਕਿਸੇ ਦੇ ਮੁਕਾਬਲੇ 'ਚ ਨਹੀਂ ਹੈ ਤੇ ਜਿਹੜਾ ਆਤਮਿਕ ਆਨੰਦ ਹੈ ਉਹਦੇ ਮੁਕਾਬਲੇ 'ਚ ਦੂਜੀ ਚੀਜ਼ ਕੋਈ ਖੜੀ ਨਹੀਂ ਹੋ ਪਾਈ ਹੈ ਤੱਕ। ਬਾਕੀ ਹਰ ਚੀਜ਼ ਦਾ ਇੱਕ ਸਾਈਡ ਦੂਜੀ ਹੈ ਖੜੀ ਕੀਤੀ। ਗੁਰਮਤਿ ਦੇ ਨਾਲ ਮਨਮਤ ਹੈ ਜਿਹੜੀ ਅਸੀਂ ਆਪਣੇ ਕੋਲੋਂ ਤਿਆਰ ਕੀਤੀ ਹੋਈ ਹੈ। ਇਸ ਕਰਕੇ ਤਕਰੀਬਨ ਸਾਰਾ ਕੁਝ, ਬੱਚੇ ਬੜੇ ਸਿਆਣੇ ਨੇ, ਦੋਏ ਪਰਿਵਾਰ, ਇਹ ਪਰਿਵਾਰ ਵੀ ਭਾਈ ਸਾਹਿਬ ਨਾਲ ਜੁੜਿਆ, ਜਿਨ੍ਹਾਂ ਦੇ ਗ੍ਰਹਿ ਵਿਖੇ ਗੁਰੂ ਪਾਤਸ਼ਾਹ ਨੇ ਮੁਬਾਰਕ ਚਰਨ ਪਾ ਕੇ ਸਹਿਜ ਪਾਠ ਦੇ ਭੋਗਾਂ ਤੋਂ ਪਹਿਲਾਂ ਪਾ ਲਏ ਸਨ, ਉੱਧਰ ਵੀ ਪਾਏ ਗਏ। ਇਹ ਹੈ ਗੁਰਮਤਿ। ਤੇ ਅੱਜ ਜੇ ਤੁਸੀਂ ਇਕੱਤਰ ਹੋ ਸਕਦੇ ਹੋ ਤੇ ਇਸੇ ਕਰਕੇ ਹੋ ਸਕਦੇ ਹੋ। ਦਾਸ ਤਾਂ ਹੋਰ ਵੀ ਮੇਰੀ ਕੋਈ ਵਿਦਵਤਾ ਹੈ ਨਹੀਂ, ਨਾ ਤਾਂ ਮੈਂ ਕੋਈ ਜ਼ਿਆਦਾ ਕੋਈ ਸੰਥਿਆ ਲਈ, ਨਾ ਕੋਈ ਮੇਰਾ ਕੋਈ ਜੀਵਨ ਦੇ ਪੱਖ ਤੋਂ ਮੈਂ ਬਹੁਤ ਉੱਚਾ ਹਾਂ, ਐਸੀ ਕੋਈ ਕਰਤੂਤ ਨਹੀਂ ਹੈ। ਕੇਵਲ ਮੌਤ ਦੇ ਡਰ ਤੋਂ ਮੈਂ ਜ਼ਿਆਦਾ ਘਬਰਾਇਆ ਕਿ ਜਦੋਂ ਕਿ ਮੈਨੂੰ ਡਰਨਾ ਨਹੀਂ ਚਾਹੀਦਾ। ਹੁਣ ਮੈਨੂੰ ਮੌਤ ਦਾ ਡਰ ਨਹੀਂ ਲੱਗਦਾ। ਜਿਹੜੀ ਤੋਂ ਪਹਿਲੀ ਕਾਫੀ ਹਾਲਤ ਡਿੱਗੀ ਟਕਰੀ ਜਿਹੀ ਹੁੰਦੀ ਹੈ, ਉਹਦੇ 'ਚ ਬੰਦਾ ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਅੱਗੇ ਜੇ ਗੁਰੂ ਪਾਤਸ਼ਾਹ ਰਹਿਮਤ ਕਰਨ ਤੇ ਇਹ ਜਿਹੜੀ ਅੱਜ ਦੇਖਿਆ ਜਾਂਦਾ ਕੈਂਸਰ ਹੋਏ ਨੇ, ਰੁਲਦੇ ਨੇ ਬੰਦੇ, ਕੋਈ ਇੱਥੇ ਨਾਲੀ ਲਾਈ ਹੈ, ਕੋਈ ਇੱਥੇ ਨਾਲੀ ਲਾਈ ਹੈ, ਇਹਦਾ ਮਤਲਬ ਅਸੀਂ ਚਾਹੁੰਦੇ ਕਿ ਅਸੀਂ ਜੀਂਦੇ ਰਹੀਏ ਤਾਂ ਇਹ ਸਾਰਾ ਕੁਝ ਹੋ ਰਿਹਾ। ਪਰ ਇਹ ਹੁਕਮ ਹੈ, ਜੰਮਣ ਮਰਨਾ ਹੁਕਮ ਹੈ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਰਹਿਤ ਮਰਿਆਦਾ ਨੂੰ ਹੀ ਲਾਗੂ ਕੀਤਾ ਜਾਏ ਸਿੱਖ ਪਰਿਵਾਰਾਂ ਵਿੱਚ। ਬਾਕੀ ਜਿਹੜੇ ਮਿਸ਼ਨ ਨੇ ਉਹ ਸਨਾਤਨ ਧਰਮ ਹੈ ਪੁਰਾਣਾ, ਉਹਨਾਂ ਦਾ ਵਿਵਾਹ ਹੁੰਦਾ ਅੱਗ ਬਾਲ ਕੇ ਰਾਤ ਨੂੰ। ਇਹ ਹੈ ਆਨੰਦ ਕਾਰਜ ਖਾਲਸਾ ਪੰਥ ਵੱਲੋਂ। ਈਸਾਈਆਂ ਦੇ ਨਿਕਾਹ, ਮੁਸਲਮਾਨਾਂ ਦੇ ਨਿਕਾਹ। ਅੱਗੇ ਨਾਮਕਰਨ ਹੈ, ਸਾਡਾ ਨਾਮਕਰਨ ਗੁਰੂ ਪਾਤਸ਼ਾਹ ਤੋਂ ਹੁਕਮਨਾਮਾ ਲੈ ਕੇ ਬੱਚੇ ਦਾ ਮੱਥਾ ਟਿਕਾਣਾ। ਮਾਂ ਪਿਓ ਦਾ ਜਦੋਂ ਮਾਂ ਦੇ ਕੁੱਖ ਵਿੱਚ ਬੱਚਾ ਆਉਣਾ, ਉਦੋਂ ਹੀ ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ ਵੀ ਚੰਗਾ ਗੁਰਸਿੱਖ ਕੋਈ ਬਖਸ਼ਿਓ, ਕੋਈ ਆਪਣੀ ਸੇਵਾਦਾਰ ਬਖਸ਼ ਦਿਓ। ਰੋਜ਼ ਇਹ ਨਿਤਨੇਮ ਕਰਕੇ ਗੁਰੂ ਘਰ 'ਚ ਜਾ ਕੇ ਬੇਨਤੀ ਕਰਨੀ। ਪਰ ਅੱਜ ਉਹ ਸਾਰੀਆਂ ਕੁਛਾਂ ਗੱਲਾਂ ਦੂਰ ਹੋ ਗਈਆਂ, ਮੀਡੀਆ ਜ਼ੋਰ ਪਾ ਗਿਆ। ਇਸ ਦੇ ਨਾਲ ਨਾਲ ਜੰਮਦਿਆਂ ਸਾਰੂ ਨੂੰ ਜਪਜੀ ਸਾਹਿਬ ਦਾ ਪਾਠ ਪੜ੍ਹ ਕੇ ਉਹਦੀਆਂ ਬੂੰਦਾਂ ਲਾਣੀਆਂ। ਮਾਂ ਦੁੱਧ ਬੇਸ਼ੱਕ ਬਾਅਦ 'ਚ ਦੇ, ਪਹਿਲਾਂ ਇੱਕ ਕਿਰਿਆ ਕਰਕੇ ਉਹਨੂੰ ਫਤਿਹ ਬੁਲਾਣੀ ਬੱਚੇ ਨੂੰ। ਕੋਈ ਬੇਰਵਾ ਨਹੀਂ ਰੱਖਣਾ ਵੀ ਬੱਚੀ ਹੈ ਕਿ ਬੱਚਾ ਹੈ, ਇਹ ਬੇਰਵਾਨੀ ਹੈ ਸਿੱਖ ਵਿੱਚ। ਇਹ ਦੋਏ ਇੱਕੋ ਹੀ ਰੂਪ ਨੇ, ਆਤਮਾ ਦੀ ਦੋਹਾਂ ਦੀ ਇੱਕ ਹੈ, ਸਰੀਰਕ ਬਣਤਰ 'ਚ ਫਰਕ ਹੈ। ਇਹ ਪ੍ਰਕਿਰਿਆ ਅਸੀਂ ਤਾਂ ਕਰਦੇ ਹਾਂ ਸੰਸਕਾਰ ਕਿ ਜੇ ਸਾਡੇ ਬੱਚੇ ਦਾ ਕੋਈ ਆਖਰੀ ਸਮਾਂ ਥੋੜਾ ਦਿੱਤਾ ਹੋਏ ਇਸ ਮਾਤ ਲੋਕ ਤੋਂ ਰਹਿਣ ਦਾ, ਉਹ ਦੋਹਰੇ ਜਿੱਥੇ ਵੀ ਪੁਨਰ ਜਨਮ 'ਚ ਜਾਏ ਉਹ ਸਿੱਖ ਸਮੂਹ ਦਾ ਵਿੱਚ ਜਾਏ, ਹੋਰ ਕਿਸੇ ਹੋਰ ਸਮੂਹ ਧਰਮ ਵਿੱਚ ਨਾ ਜਾਏ।
ਅੱਗੇ ਜਾ ਕੇ ਜਦੋਂ ਬੱਚਾ ਛੋਟਾ ਜਿਹਾ ਸਾਡੇ ਨਾਲ ਰੋਟੀ ਪਾਣੀ ਸਾਂਝ ਕਰਦਾ, ਫਿਰ ਅਸੀਂ ਉਹਨੂੰ ਇੱਕ ਚੂਲਾ ਦਵਾ ਦਿੰਦੇ ਪੰਜਾਂ ਪਿਆਰਿਆਂ ਤੋਂ ਕਿਤੋਂ ਵੀ। ਜਦੋਂ ਉਹ ਚੂਲਾ ਲੈ ਲਿਆ, ਉਸ ਤੋਂ ਬਾਅਦ ਫਿਰ ਜਦੋਂ ਉਹ ਥੋੜਾ ਸਿਆਣਾ ਹੋ ਗਿਆ, ਉਦੋਂ ਅਸੀਂ ਉਹਨੂੰ ਖੰਡੇ ਦੀ ਪੌਲ ਦੀ ਧਾਰਨ ਕਰਾਉਣਾ। ਜਿਵੇਂ ਉਹਨਾਂ ਦਾ ਜਨੇਊ ਹੈ, ਉਹਨਾਂ ਦੀ ਸੁਨਤ ਹੈ, ਉਹਨਾਂ ਦਾ ਪਾਣੀ ਚ ਗੋਤਾ ਹੈ, ਇਸੇ ਤਰੀਕੇ ਨਾਲ ਸਾਡਾ ਵੀ ਇਹ ਇੱਕ ਸੰਸਕਾਰ ਹੈ ਜਿਹੜਾ ਬਹੁਤ ਹੀ ਜ਼ਰੂਰੀ ਹੈ। ਨਹੀਂ ਤਾਂ ਅਸੀਂ ਨਗੋਰੇ ਦੀ ਬਹੁਤ ਪਰਿਭਾਸ਼ਾ ਦਿੱਤੀ ਉੱਤੇ। ਸਾਨੂੰ ਹੱਕ ਹੈ, ਭਾਰਤ ਵਿੱਚ ਸਾਰੇ ਸਿੱਖ ਸਮੁਦਾਇ ਨੂੰ ਹੱਕ ਹੈ, ਅਸੀਂ 9 ਇੰਚੀ ਦੀ ਕਿਰਪਾਨ ਪਾ ਕੇ ਅਸੀਂ ਡੋਮੈਸਟਿਕ ਫਲਾਈਟ ਲੈ ਸਕਦੇ ਹਾਂ। ਸਾਡੀ ਕਿਰਪਾਨ ਦੀ ਹੱਦ 9 ਇੰਚੀ ਕੀਤੀ ਹੋਈ ਹੈ। 9 ਇੰਚੀ ਦੀ ਕਿਰਪਾਨ ਪਾ ਕੇ ਹਰ ਸਿੱਖ ਅਸੈਂਬਲੀ 'ਚ ਜਾ ਸਕਦਾ, ਲੋਕ ਸਭਾ 'ਚ, ਵਿਧਾਨ ਸਭਾ 'ਚ, ਰਾਜ ਸਭਾ 'ਚ। 9 ਇੰਚੀ ਦੀ ਕਿਰਪਾਨ ਪਹਿਨ ਕੇ ਸਿੱਖ ਤੇ ਸਿੱਖਣੀ ਹਰ ਧਾਰਮਿਕ ਥਾਂ ਤੇ ਜਾ ਸਕਦੀ, ਸਾਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਇਹਦੇ ਨਾਲ ਭਾਰਤ ਦੇ ਅਜੋਕੇ ਸੰਵਿਧਾਨ ਵਿੱਚ ਸਾਡੇ ਕੋਈ ਗੁਰੂ ਬਖਸ਼ੇ ਕੇਸਾਂ ਦੀ ਜਾਂ ਦਸਤਾਰ ਦੀ ਬੇਅਦਬੀ ਕਰੇ ਤਾਂ ਉਹਨੂੰ 2 ਸਾਲ ਦੀ ਸਿੱਧੀ ਸਜ਼ਾ ਦਿੱਤੀ ਜਾਂਦੀ ਹੈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਪੰਥ ਨਾਲ ਜੁੜੋ। ਦੇਹਧਾਰੀ ਪ੍ਰਥਾ ਗੁਰੂ ਪਾਤਸ਼ਾਹ ਨੇ ਬੰਦ ਕੀਤੀ ਤੇ ਸ਼ਬਦ ਗੁਰੂ ਜਿਹੜੇ ਬੇਸ਼ੱਕ ਪਹਿਲਾਂ ਵੀ ਸ਼ਬਦ ਗੁਰੂ ਸਨ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਿੱਧਾ ਨਾਲ ਜਵਾਬ ਚ ਕਹਿ ਰਹੇ ਨੇ। ਗਿਆਨ ਗੁਰੂ ਆਤਮ ਉਪਦੇਸੋ ਗੁਰੂ ਪਾਤਸ਼ਾਹ ਪਹਿਲਾਂ ਹੀ ਕਹਿ ਰਹੇ ਨੇ। ਪਰ ਉਦੋਂ ਸਰੀਰ ਦੀ ਲੋੜ ਸੀ, ਪੰਥ ਦੀ ਸਿਰਜਣਾ ਕਰਨੀ ਹੈ, ਯੁੱਧ ਕਰਨੇ ਹੈ, ਸ਼ਹੀਦੀਆਂ ਦੇਣੀਆਂ ਨੇ, ਗੁਰੂ ਪਾਤਸ਼ਾਹ ਦਾ ਸਰੂਪ ਜਿਹੜਾ ਤਿਆਰ ਕਰਨਾ, ਇਹ ਸਾਰਾ ਕੁਝ ਹੀ ਉਸ ਵਿੱਚ ਸਰੀਰ ਨਾਲ ਜੁੜੀਆਂ ਹੋਈਆਂ ਮਸਲੇ ਸਨ। ਕਿਲਿਆਂ ਦੀ ਸਾਰੀ ਕਰਨੀ ਹੈ, ਨਾਲ ਜਿਹੜੇ ਹੋਰ ਸੇਵਾ ਦੇ ਕੰਮ ਨੇ ਉਹਨਾਂ ਨੂੰ ਨਿਭਾਉਣਾ। ਬਾਕੀ ਸ਼ਸਤਰਾਂ ਦੇ ਵੀ ਕਾਫੀ ਸਟੱਡੀ ਕੀਤੀ ਹੈ ਸਨਾਤਨ ਧਰਮ ਵਿੱਚ। ਹੁਣ ਕਈ ਵਾਰ ਦਾਸ ਦੇ ਮਨ ਚ ਆਉਂਦਾ ਵੀ ਮੈਂ ਸੁਣਦਾ, ਮੇਰੇ ਤੋਂ ਕੋਈ ਮੇਰੀ ਤੇ ਟੌਪ ਕੇ ਨਹੀਂ ਹੈ, ਮੇਰੇ ਚ ਕੋਈ ਵਿਦਵਤਾ ਨਹੀਂ ਹੈ। ਜਿਹੜੇ ਜਿਵੇਂ ਸਾਡੇ ਸ਼੍ਰੀ ਚੰਦੀਏ ਨੇ, ਜਿਹਨੂੰ ਅਸੀਂ ਕਹਿੰਦੇ ਉਦਾਸੀ ਸੰਪਰਦਾ, ਜੇ ਉਹ ਵੀ ਇਸ ਗੱਲ ਨੂੰ ਮੰਨ ਲੈਣ, ਉਹ ਹੁਣ ਸ਼ਾਇਦ ਚਰਨ ਪੌਲ ਦੇ ਕੇ ਸਿੱਖ ਬਣਾਦੇ ਹੋਣ। ਉਦਾਂ ਅਸੀਂ ਉਹਨਾਂ ਨੂੰ ਕਹੀ ਜੰਨੇ ਪੁਨੀ ਖਾਲਸਾ ਪੰਥ ਦਾ ਮਤਲਬ ਗੁਰੂ ਨਾਨਕ ਦੇ ਦਰ ਦਾ ਉਪਦੇਸ਼ ਕੀਤਾ, ਉਹਨਾਂ ਨੂੰ ਵਧਾਉਣ ਦਾ ਯਤਨ ਕੀਤਾ। ਨਿਰਮਲਾ ਪੰਥ ਹੈ, ਉਹ ਵੀ ਜੇ ਇਹ ਸਾਰੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਲਾਗੂ ਕਰ ਦਿੱਤੀ ਹੈ ਤੇ ਇਹ ਵੀ ਇਸ ਗੱਲ ਨੂੰ ਅਡਾਪਟ ਕਰ ਲੈਣ ਤੇ ਅਸੀਂ ਜਿੰਨੇ ਕੁ ਹੈ ਉਨੇ ਕੁ ਮਾੜੇ ਮੋਟੇ ਇਕੱਠੇ ਹੋ ਕੇ ਬਹਿ ਜਾਈਏ। ਜੇ ਇਕੱਠੇ ਹੋਵਾਂਗੇ ਤੇ ਫਿਰ ਤਾਂ ਸਾਡੀ ਤਾਕਤ ਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ। ਤੇ ਜੇ ਅਸੀਂ ਇਕੱਠੇ ਨਾ ਹੋ ਪਾਏ ਤੇ ਗੁਰੂ ਪਾਤਸ਼ਾਹ ਦੇ ਬਚਨ ਭੁੱਲ ਗਏ, ਹੋਏ ਇਕੱਤਰ ਮਿਲੋ ਮੇਰੇ ਭਾਈ ਦੇ। ਬਾਕੀ ਕੁਛ ਹੈ ਵੀ ਇਹ ਗੁਲਾਮੀ 'ਚ ਧਰਮ ਉੱਠਿਆ, ਗੁਲਾਮੀ ਵਿੱਚ ਇਹਨੂੰ ਸਮੂਰਤਾ ਕੀਤੀ ਗਈ। ਇਸ ਕਰਕੇ ਅਸੀਂ ਗੁਰੂ ਪਾਤਸ਼ਾਹ ਦੇ ਬਚਨ ਨੇ ਵੀ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਰਾਜਸੀ ਸ਼ਕਤੀ ਸਾਡੇ ਕੋਲ ਜ਼ਿਆਦਾ ਆਈ ਨਹੀਂ, ਅਸੀਂ ਧਰਮ ਨੂੰ ਸਪਰੈਡ ਕਰੀਏ, ਸਾਰਿਆਂ ਲੋਕਾਂ ਤੇ ਚੰਗੇ ਤਰੀਕੇ ਨੂੰ ਲਾਗੂ ਕਰੀਏ। ਅਸੀਂ ਕਿਸੇ ਦੇ ਗੁਲਾਮ ਹੀ ਤੁਰੇ ਗਏ। ਇਸ ਕਰਕੇ ਅਸੀਂ ਉੱਭਰ ਕੇ ਇਸ ਗੱਲ ਨੂੰ ਅੱਗੇ ਨਹੀਂ ਲਿਆ ਸਕੇ। ਪਰ ਕੋਈ ਗੱਲ ਨਹੀਂ, ਹਜੇ ਵੀ ਸਾਨੂੰ ਹੌਸਲੇ ਨਹੀਂ ਹਾਰਨੇ ਚਾਹੀਦੇ, ਹੌਸਲੇ ਬੁਲੰਦ ਚਾਹੀਦੇ ਨੇ। ਹਰ ਘਰ ਵਿੱਚ ਜੇ ਮੈਨੂੰ ਥੋੜੀ ਜਿਹੀ ਉੱਥੇ ਵੀ ਇੱਕ ਪਾਸੇ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਏਦਾਂ ਘਰ ਵਿੱਚੇ ਕਰੋ, ਬਾਹਰ ਨਹੀਂ ਜਾਣਾ। ਉਹ ਵੀ ਥੋੜਾ ਕਾਨੂੰ ਗੋਸੀ ਬਾਕੀ ਸੀ ਸ਼ਹਿਰ 'ਚ। ਦੂਸਰੇ ਪਾਸੇ ਉਹਦਾ ਜਿਹੜਾ ਕੁੜਮ ਬਣ ਲੱਗਿਆ ਉਹ ਵੀ ਤਹਿਸੀਲਦਾਰ ਸੀ। ਵੀ ਚਲੋ ਤੁਸੀਂ ਜੇ ਤਕੜੇ ਬੰਦੇ ਗੱਲ ਨੂੰ ਚੁੱਕੋਗੇ ਤੇ ਦੂਜੇ ਬੰਦੇ ਤਾਂ ਅੱਗੇ ਫਿਸਣ ਡਏ ਨੇ, ਗਰੀਬ ਤਾਂ ਅੱਗੇ ਮਰਨ ਡਿਆ ਤਕੜਿਆਂ ਦੇ ਮਗਰ ਦੌੜ ਕੇ। ਤੇ ਗੁਰੂ ਪਾਤਸ਼ਾਹ ਪਹਿਲੇ ਪੈਗੰਬਰ ਨੇ ਦੁਨੀਆ ਦੇ ਜਿਹੜੇ ਗਰੀਬ ਨਵਾਜ ਬਣ ਕੇ, ਨਿਮਾਣਿਆਂ ਦੇ ਮਾਣ ਬਣ ਕੇ, ਨਤਾਣਿਆਂ ਦੇ ਤਾਣ। ਔਰ ਮੈਨੂੰ ਇਸ ਗੱਲ ਦਾ ਦੁੱਖ ਹੈ, ਭਾਰਤ ਵਿੱਚ ਪਹਿਲੀ ਵਾਰ ਜਾਤ ਨੂੰ ਖੰਡਨ ਕੀਤਾ ਤਕੜੇ ਹੋ ਕੇ, ਪਰ ਹਜੇ ਸਾਡੇ ਸਮੁਦਾਇ ਵਿੱਚੋਂ ਜਾਤ ਦਾ ਵਾਇਰਵਾ ਨਹੀਂ ਖਤਮ ਹੋ ਰਿਹਾ। ਉਹਦੇ ਨਾਲ ਕਾਲ ਪੁਰਖ ਦੀ ਪੂਜਾ ਤੇ ਸਾਨੂੰ ਦ੍ਰਿੜ ਕੀਤਾ। ਅਸੀਂ ਫੇਰ ਭਿੰਨ ਪੂਜਾ ਵਿੱਚ ਪਰਿਵਰਤ ਹੋਏ ਪਏ ਹਾਂ। ਇਸ ਕਰਕੇ ਸਾਡੇ ਰਿਸ਼ਤੇ ਨਾਤੇ ਜੋੜਨ ਵਿੱਚ ਪ੍ਰੋਬਲਮ ਆ ਰਹੀ ਹੈ। ਸਾਡੀ ਬੇਟੀ ਕਿਸੇ ਹੋਰ ਦੇਹਧਾਰੀ ਦੇ ਗੁਰੂ ਜਿਹੜੇ ਸਿੱਖ ਬਣੇ ਨੇ ਉਹਨਾਂ ਕੋਲ ਜਾਏਗੀ ਤਾਂ ਉਹਨੂੰ ਕਦੇ ਵੀ ਨਿਤਨੇਮ ਨਹੀਂ ਕਰਨ ਦੇਣਗੇ, ਉਹਨੂੰ ਕਦੇ ਫਤਿਹ ਨਹੀਂ ਬੁਲਾਉਣ ਦੇਣਗੇ। ਇਸ ਕਰਕੇ ਜਿਵੇਂ ਉਹਨਾਂ ਦਾ ਸਲਾਮਾ ਲੇਕਮ ਹੈ, ਉਹਨਾਂ ਦੀ ਰਾਮ ਰਾਮ ਹੈ, ਉਹਨਾਂ ਦਾ ਸਲਾਮ ਦੁਆ ਹੈ, ਸਾਡੀ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਮ ਅੱਗੇ ਮੈਂ ਪਹਿਲੀ ਕੌਮ ਹੈ ਜਿਹਦੇ ਸਿੰਘ ਤੇ ਕੌਰ ਥੱਲੇ ਇਕੱਠੀ ਕੀਤੀ, ਜਾਤ ਪਾਤ ਮੁਕਾਈ, ਇਸਤਰੀ ਵਰਗ ਨੂੰ ਬਰਾਬਰਤਾ ਦਿੱਤੀ। ਬਾਕੀ ਜਿਹੜੇ ਸਾਰੇ ਧਰਮਾਂ ਦੇ ਕਾਮਨ ਸੰਦੇਸ਼ ਨੇ ਉਹ ਮੈਂ ਫੋਲੋ ਕਰਦਾ ਵੀ ਸੱਚ ਬੋਲਣਾ, ਇਹ ਹਰ ਧਰਮ ਚ ਮੈਂਸ਼ਨ ਕੀਤਾ। ਪੜ੍ਹਾਈ ਵਿੱਚ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਵੀ ਝੂਠ ਬੋਲਣਾ ਚਾਹੀਦਾ। PhD ਤੱਕ ਜਿੰਨੀ ਪੜ੍ਹਾਈ ਹੈ
ਦੂਸਰਾ, ਸਾਨੂੰ ਧਰਮ ਵਿੱਚ ਇਹ ਗੱਲ ਪੱਕੀ ਕੀਤੀ ਜਾ ਰਹੀ ਹੈ ਕਿ ਤੁਸੀਂ ਕਦੇ ਵੀ ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਇਸਲਾਮ ਵਿੱਚ ਨਸ਼ੇ ਮਨਾ ਨੇ, ਸਨਾਤਨ ਧਰਮ ਵਿੱਚ ਨਸ਼ੇ ਮਨਾ ਨੇ, ਖਾਲਸਾ ਪੰਥ 'ਚ ਹਰ ਕਿਸਮ ਦਾ ਨਸ਼ਾ ਮਨਾ ਕੀਤਾ ਹੋਇਆ, ਦਾਲ ਪ੍ਰਸ਼ਾਦੇ ਦਾ ਨਸ਼ਾ ਰੱਖਿਆ ਹੋਇਆ। ਤੀਸਰੀ ਗੱਲ ਜਿਹੜੀ ਸਾਰੇ ਧਰਮਾਂ ਦੀ ਸਾਂਝੀ ਨਿਕਲੇਗੀ, ਉਹ ਨਿਕਲੇਗੀ ਵੀ ਕਦੇ ਵੀ ਬੇਈਮਾਨੀ, ਠੱਗੀ, ਠੋਰੀ ਮਾਰ ਕੇ ਆਪਣੇ ਘਰ ਪੈਸਾ ਲਿਆਉਣ ਦਾ ਯਤਨ ਨਹੀਂ ਕਰਨਾ, ਧਰਮ ਦੀ ਕਿਰਤ ਕਰਨੀ ਹੈ। ਇਹ ਵੀ ਬੜੀ ਉੱਚੀ ਗੱਲ ਹੈ, ਇਹ ਵੀ ਲਾਗੂ ਹੋ ਜੇ, ਚੋਰੀ ਆਦਿਕ ਕੰਮ ਬੰਦ ਹੋ ਜਾਣ। ਚੌਥੀ ਗੱਲ ਜਿਹੜੀ ਧਰਮਾਂ 'ਚ ਸਾਂਝੀ ਕੀਤੀ ਜਾ ਰਹੀ ਹੈ, ਉਹ ਕੀਤੀ ਜਾ ਰਹੀ ਕਿ ਪ੍ਰਮਾਤਮਾ ਹੈ, ਇਸ ਗੱਲ ਤੇ ਵਿਸ਼ਵਾਸ ਲਿਆਉਣਾ। ਇਹ ਵੀ ਧਰਮ ਦਾ ਸਟੈਪ ਹੈ। ਹਰ ਧਰਮ 'ਚ ਇਸ ਗੱਲ ਤੋਂ ਸ਼ੁਰੂ ਕੀਤਾ ਜਾਂਦਾ ਕਿ ਰੱਬ ਹੈ, ਪ੍ਰਮਾਤਮਾ ਹੈ, ਚਾਹੇ ਉਹਨੂੰ ਗੋਡ ਕਹਿ ਦੇਣ, ਚਾਹੇ ਉਹਨੂੰ ਅੱਲਾ ਕਹਿ ਦੇਣ, ਚਾਹੇ ਵਾਹਿਗੁਰੂ ਕਹੀਏ, ਅਕਾਲ ਪੁਰਖ ਕਹੀਏ, ਪ੍ਰਮਾਤਮਾ ਕਹੀਏ, ਉਹ ਹੈ। ਇਹ ਵੀ ਸਾਰੇ ਧਰਮਾਂ 'ਚ ਸਾਂਝੀ ਗੱਲ ਆਏਗੀ। ਅੱਗੇ ਇੱਕ ਗੱਲ ਸਾਂਝੀ ਆਏਗੀ, ਮੈਂ ਈਸਾਈ ਧਰਮ ਨੂੰ ਸੈਪਰੇਟ ਤੇ ਕਰਕੇ ਸਾਡੇ ਸਨਾਤਨ ਤੇ ਸਿੱਖ ਖਾਲਸਾ ਪੰਥ ਵਿੱਚ ਤੇ ਨਾਲ ਨਾਲ ਜਿਹੜੇ ਇਸਲਾਮ ਹੈ, ਵੀ ਜਿੰਨਾ ਚਿਰ ਲੜਕੀ ਤੇ ਲੜਕੇ ਦੀ ਸ਼ਾਦੀ ਨਹੀਂ ਹੁੰਦੀ ਆਪਣੇ ਸਮਾਜ 'ਚ ਬੈਠ ਕੇ, ਉਹਨਾਂ ਚਿਰ ਲੜਕੀ ਤੇ ਲੜਕਾ ਜਾਬਤੇ 'ਚ ਰਹਿਣ, ਆਪਣੇ ਸਰੀਰ ਨੂੰ ਕਿਸੇ ਦੀ ਮੰਤ ਸਮਝ ਕੇ ਅੱਛੇ ਤਰੀਕੇ ਨਾਲ ਰਿਸ਼ਟ ਪੁਸ਼ਟ ਰੱਖਣ, ਬ੍ਰਹਮਚਰਜ ਦਾ ਪਾਲਣ ਕਰਨ। ਉਸ ਤੋਂ ਬਾਅਦ ਜਦੋਂ ਸਮਾਜਿਕ ਤੌਰ ਤੇ ਅਸੀਂ ਇਹ ਨਹੀਂ ਲੜਕੀ ਆਪਣੀ ਮਰਜ਼ੀ ਨਾਲ ਕਹੇਗੀ ਕਿ ਮੈਂ ਫਲਾਣੀ ਥਾਂ ਜਾਣਾ, ਐਸੀ ਕੋਈ ਸਿੱਖਾਂ 'ਚ ਕੋਈ ਸੋਚ ਨਹੀਂ ਸਾਡੇ 'ਚ। ਅਸੀਂ ਜਿੱਦਾਂ ਆਪ ਸਾਰੇ ਜੁੜ ਬੈਠੇ ਹੋ, ਇਸ ਤਰੀਕੇ ਨਾਲ ਅਸੀਂ ਸਾਰੇ ਇੱਕ ਕਨਸੈਪਟ ਹੈ ਆਨੰਦ ਸੰਸਕਾਰ ਦਾ, ਉਹਦੇ 'ਚ ਅਸੀਂ ਇਸ ਤਰੀਕੇ ਨਾਲ ਪਾਸ ਹੋਣਾ। ਔਰ ਜਦੋਂ ਸਾਡਾ ਆਨੰਦ ਸੰਸਕਾਰ ਹੋ ਗਿਆ, ਜਿਵੇਂ ਪੱਲਾ ਵੀਰ ਜੀ ਨੇ ਕਹਿਤਾ ਵੀ ਪੱਲਾ ਫੜਾ ਦਿੱਤਾ, ਔਰ ਵੱਡੀ ਵੱਡੀ ਗੱਲ ਹੈ ਕਿ ਹੱਬੇ ਸਾਖ ਪੜਾਵੇ ਡਿੱਠੇ ਤਉ ਪੱਲੇ ਤੈਂਡਾ ਲੱਗ ਗਈ। ਹੁਣ ਉਹ ਬੇਟੀ ਕੀ ਕਹਿ ਰਹੀ ਹੈ ਵੀ ਪਿਤਾ ਜੀ ਮੈਨੂੰ ਅੱਜ ਆਪਣੇ ਹੱਥੀਂ ਤੁਸੀਂ ਇਸ ਘਰ 'ਚ ਪਾਲ ਪੋਸ਼ ਕੇ ਮੈਨੂੰ ਕਿਸੇ ਦੂਜੇ ਘਰ 'ਚ ਲੈ ਜਾਣੇ ਆ, ਮਾਤਾ ਜੀ ਤੁਸੀਂ ਮੈਨੂੰ ਵੀ ਤੋਰਨ ਨੂੰ ਤਿਆਰ ਹੋ ਗਏ। ਹੁਣ ਜਿੱਥੇ ਇਹਨਾਂ ਦੋਹਾਂ ਦਾ ਇੱਕ ਪੱਲਾ ਹਾਸੀ ਪਿਤਾ ਵੱਲੋਂ ਦਿੱਤਾ ਗਿਆ, ਉੱਥੋਂ ਇੱਕ ਪੱਲਾ ਸਾਡਾ ਗੁਰੂ ਦਾ ਵੀ ਜੁੜਨਾ। ਏਕ ਜੋਤ ਦੋਏ ਮੂਰਤੀ ਧਨ ਪਿਰੇ ਨਾ ਆਖੀਐ, ਬਹਿਨ ਇਕੱਠੇ ਹੋਏ। ਇੱਕ ਜੋਤ ਤੇ ਹੁਣ ਜੋਤ ਇੱਕ ਹੈ, ਉਹ ਸਾਡੇ ਕੋਲ ਅਕਾਲ ਪੁਰਖ ਦੀ ਵਿਚਾਰਧਾਰਾ ਹੈ। ਮੂਰਤੀਆਂ ਦੋ ਨੇ, ਉਹ ਪਹਿਲਾਂ ਹੀ ਜੁੜੇ ਨੇ, ਬੜੀ ਖੁਸ਼ੀ ਦੀ ਗੱਲ ਹੈ। ਤਾਂ ਅਸੀਂ ਪਹਿਲਾਂ ਜੁੜਦੇ ਹਾਂ। ਜਿਹਦੇ ਹੁਣ ਕਈ ਵਹਿੰਦੇ ਨੇ ਵੀ ਮੈਂ ਹਜੇ ਨਿਆਣੇ ਵਿਆਹਣੇ, ਹਜੇ ਆਹ ਕਰਨਾ, ਫੇਰ ਮੈਂ ਪੌਲ ਸਕੂਲ, ਪਹਿਲਾਂ ਤਾਂ ਰੁਚੀ ਇਹ ਨਹੀਂ ਹੈ, ਇਹ ਤਾਂ ਬਹਾਨੇਬਾਜ਼ੀ ਹੈ। ਮੈਂ ਤਾਂ ਇਹ ਵੀ ਸੋਚਦਾ ਵੀ ਹਰ ਜਿਵੇਂ ਉਹਨਾਂ ਦਾ ਕੰਪਲਸਰੀ ਕੀਤਾ ਹੋਇਆ ਵੀ ਜਨੇਊ ਪਾਉਣਾ ਜ਼ਰੂਰੀ ਹੈ, ਉਹਨਾਂ ਦੀ ਕੰਪਲਸਰੀ ਹੈ ਵੀ ਸੁਨਤ ਕਰਾਣੀ ਜ਼ਰੂਰੀ ਹੈ, ਉਹਨਾਂ ਦੀ ਕੰਪਲਸਰੀ ਹੈ ਕਿ ਪਾਣੀ 'ਚ ਗੋਤਾ ਲੈਣਾ ਜ਼ਰੂਰੀ ਹੈ। ਇਹਨਾਂ ਦਾ ਵੀ ਇਹ ਗੱਲ ਕੰਪਲਸਰੀ ਚਾਹੀਦੀ ਸੀ ਕਿ 13 ਸਾਲ ਦੇ ਵਿੱਚ ਬੱਚੇ ਨੂੰ ਖੰਡੇ ਦੀ ਪੌਲ ਛਕਾ ਕੇ ਤਿਆਰ ਕਰਕੇ ਉਹਨੂੰ ਇੱਕ ਵਾਰ ਗੁਰੂ ਦੇ ਨਾਲ ਜੋੜ ਕੇ, ਫਿਰ ਜੇ ਭੰਨਦਾ ਦੌੜਦਾ ਭੱਜਦਾ, ਫਿਰ ਉਹਦਾ ਬਾਈਕਾਟ ਸਮਾਜਿਕ ਤੌਰ ਤੇ ਕਰਕੇ ਵੀ ਤੈਨੂੰ ਕੋਈ ਵੀ ਸਿੱਖ ਕੁੜੀ ਨਹੀਂ ਦੇਗਾ, ਕੁੜੀ ਮਾਰ, ਨੜੀ ਮਾਰ, ਸਿਰ ਗੁੰਮ ਨਾਲ ਕੋਆਪਰੇਸ਼ਨ ਨਹੀਂ ਕਰਨੀ। ਇੱਕ ਬਹੁਤ ਵਧੀਆ ਪੁਆਇੰਟ ਸੀ ਜਿਹੜੇ ਸਾਡੇ ਕੋਲ ਪਏ ਸੀ, ਅਸੀਂ ਉਹਨਾਂ ਨੂੰ ਲਾਗੂ ਨਹੀਂ ਕਰ ਪਾਏ। ਅੱਜ ਸਾਡੀ ਹਾਲਤ ਬੜੀ ਤਰਸਯੋਗ ਹੋਈ ਪਈ ਹੈ। ਗਰੀਬ ਬੰਦਾ ਉਦਾਂ ਗਰੀਬੀ ਦੀ ਚੱਕੀ 'ਚ ਪਿਸ ਰਿਹਾ। ਉਹਦੇ ਵਾਸਤੇ ਬਹੁਤ ਬੁਰੀ ਹਾਲਤ ਹੈ ਵਿਚਾਰੇ ਦੀ। ਜਦੋਂ ਕਿ ਅਸੀਂ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾ ਕੇ ਰੱਖਿਆ ਵੀ ਜਿਹੜਾ ਪੈਸਾ ਲੋੜ ਬੰਦੇ ਕੋਲ ਜਾਊਗਾ ਉਹ ਗੁਰੂ ਪਾਤਸ਼ਾਹ ਦੀ ਜੇਬ ਵਿੱਚ, ਉਹਦੀ ਗੋਲਕ ਵਿੱਚ ਚਲੇ ਜਾਏਗਾ, ਉਹਨਾਂ ਕੋਲ ਪਾ ਜਾ, ਉਹਨਾਂ ਦੀ ਪ੍ਰਵਾਨਗੀ ਹੈ ਉਸ ਪਾਸੇ। ਇਸ ਕਰਕੇ ਬਹੁਤ ਪੁਆਇੰਟ ਨੇ ਜਿਹੜੇ ਅੱਜ ਸਾਨੂੰ ਸਾਂਝੇ ਕਰਨ ਦੀ ਲੋੜ ਹੈ। ਇੱਕ ਪੁਆਇੰਟ ਜ਼ਰੂਰ ਸਾਰੇ ਧਰਮਾਂ 'ਚ ਦਿੱਤਾ ਹੋਇਆ, ਉਹ ਪੁਆਇੰਟ ਬਹੁਤ ਹੀ ਜ਼ਰੂਰੀ ਸੀ ਕਿ ਬੰਦੇ ਦੇ ਸਰੀਰ ਛੱਡਣ ਤੋਂ ਬਾਅਦ ਰੂਹ ਅੱਗੇ ਜਾਂਦੀ ਹੈ। ਜਦੋਂ ਸਰੀਰ ਛੁੱਟਦਾ ਹੈ, ਉਹ ਤੋਂ ਬਾਅਦ ਰੂਹ ਅੱਗੇ ਪਲਾਇਨ ਕਰਦੀ ਹੈ। ਹਿੰਦੂ ਧਰਮ 'ਚ 1 ਸਾਲ ਦਾ ਸਫ਼ਰ ਦਿੱਤਾ ਹੋਇਆ। ਪਿਤਰ ਲੋਕ ਹੈ, ਦੇਵ ਲੋਕ ਹੈ, ਸਵਰਗ ਲੋਕ ਹੈ, ਉਸ ਚੀਜ਼ ਨਾਲ ਜੋੜਿਆ ਕਰਮਕਾਂਡ ਦਾ ਮਿਸ਼ਨ ਹੈ। ਤੇ ਸਾਡੇ ਵਿੱਚ ਵੀ ਇਸ ਗੱਲ ਨੂੰ ਬੜਾ ਤਰਜੀਹ ਦਿੱਤੀ ਹੋਈ ਹੈ ਕਿ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਹੁਣ ਇਹ ਕੋਰਟ ਵਿੱਚ ਤਾਂ ਬੜਾ ਧੱਕਾ ਹੋ ਰਿਹਾ। ਇਹਦਾ ਮਤਲਬ ਪ੍ਰਮਾਤਮਾ ਦੀ ਦਰਗਾਹ ਹੈ ਹੀ ਨਹੀਂ ਕੋਈ ਵੀ। ਜਦੋਂ ਸਾਨੂੰ ਇਹ ਪ੍ਰਸਿੱਧ ਕਰ ਦਿੱਤਾ ਗਿਆ, ਪ੍ਰਚਾਰ ਕੀਤੇ ਗਏ ਵੀ ਕੋਈ ਰੱਬ ਨਹੀਂ ਹੁੰਦਾ, ਕੋਈ ਗਾਂ ਨਹੀਂ ਹੁੰਦਾ, ਸਾਡੇ ਪ੍ਰਚਾਰਕ ਲੱਗ ਪਏ ਇਹਨਾਂ ਗੱਲਾਂ ਨੂੰ ਕਰਨ, ਤੇ ਅਸੀਂ ਉਹਨਾਂ ਦੇ ਮਗਰ ਛੇਤੀ ਲੱਗ ਪਏ ਵੀ ਇਹ ਗੱਲ ਸਾਇੰਸ ਨਾਲ ਰਲਦੀ ਹੈ, ਇਹ ਗੱਲ ਕਾਮਰੇਡਾਂ ਨਾਲ ਰਲਦੀ ਹੈ, ਇਹੋ ਗੱਲ ਠੀਕ ਹੋਣੀ ਆ, ਤੇ ਆ ਗੁਰੂਆਂ ਦੀ ਗੱਲ ਤਾਂ ਐਵੇਂ ਸਾਨੂੰ ਡਰਾਇਆ। ਉਹ ਕਹਿੰਦੇ ਸਾਨੂੰ ਡਰਾਇਆ। ਜੋ ਤੁਸੀਂ ਲੋਕ ਇਹਨਾਂ ਲੋਕਾਂ ਨੂੰ ਨਾ ਐਕਸੈਪਟ ਕਰੋਗੇ ਤੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ।
ਕਿਸੇ ਵੀ ਡਾਇਰੇ ਦੀ ਕੋਈ ਵੀ ਵੈਲਿਊ ਨਹੀਂ ਹੈ ਜੇ ਲੋਕਾਂ ਨੂੰ ਇਹ ਸੋਝੀ ਹੋਏ ਸਿੱਖਾਂ ਨੂੰ ਕਿ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਪੰਜਾਬੀ ਚ ਲਿਖਿਆ, ਗੁਰਮੁਖੀ ਪਹਿਲਾ ਗ੍ਰੰਥ ਜਿਹੜਾ ਵਰਲਡ ਵਿੱਚ ਗੁਰਮੁਖੀ ਚ ਲਿਖਿਆ, ਪਹਿਲਾ ਗ੍ਰੰਥ ਹੈ ਜਿਹਨੂੰ ਗੁਰੂ ਪਦਵੀ ਪ੍ਰਾਪਤ ਹੋਈ, ਪਹਿਲਾ ਮਿਸ਼ਨ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਇਸ ਤੋਂ ਪਹਿਲਾਂ ਇਹ ਗੱਲ ਨਹੀਂ ਹੋਈ ਕਿਤੇ ਵੀ। ਔਰ ਪਹਿਲਾ ਮਿਸ਼ਨ ਹੈ ਜਿਹੜਾ ਇੱਕ ਨਾਂ ਥੱਲੇ ਬੰਨਿਆ ਸਿੰਘ ਤੇ ਕੌਰ ਥੱਲੇ, ਪਹਿਲਾ ਮਿਸ਼ਨ ਹੈ ਜਿਹਦੇ ਚ ਇਸ ਚੀਜ਼ ਨੂੰ ਤਰਜੀਹ ਦਿੱਤੀ ਗਈ ਵੀ ਕੋਈ ਵੀ ਸਿੱਖ ਤੇ ਸਿੱਖਣੀ ਨਾ ਕੇਸਾਂ ਦੀ ਕਾਟ ਛਾਟ ਕਰ ਸਕਦਾ, ਨਾ ਇਹਨਾਂ ਨੂੰ ਕੋਈ ਕਲਰ ਕਰ ਸਕਦਾ, ਇਹ ਜਿੱਦਾਂ ਦੇ ਹੈ ਉਹਦੇ ਸਾਫ਼ ਸੁਥਰੇ ਰੱਖਣੇ ਹੈ। ਦਸਤਾਰ ਜਾਂ ਦਮਾਲਾ ਦੋ ਇਹਨਾਂ ਦੇ ਸਿਰ ਦੇ ਢੱਕਣ ਦਾ ਕਾਰਜ ਹੈ। ਇਸ ਦੇ ਨਾਲ ਨਾਲ ਹੁਣ ਜਦੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਰਨ ਤੋਂ ਬਾਅਦ ਤੇਰੀ ਰੂਹ ਪਰਲੋਕ ਨੂੰ ਚੱਲਣੀ ਹੈ, ਉੱਥੇ ਇਹ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ ਜਿਹੜੇ ਗੁਰੂ ਵਾਲੇ ਗੁਰੂ ਦੇ ਬਚਨਾਂ ਦੀ ਪਾਲਣਾ ਕਰਕੇ ਜਾਂਦੇ ਉਹਨਾਂ ਦਾ ਬੜਾ ਲਗਾੜ ਤੇ ਸਤਿਕਾਰ ਕੀਤਾ ਜਾਂਦਾ। ਰੇ ਰੇ ਦਰਗਹਿ ਕਹੇ ਨਾ ਕਹੋ ਆਓ ਬੈਠ ਆਦਰ ਸੁਖ ਦੇਉ, ਉਹਾਂ ਮੈਲ ਨਹੀਂ ਪਾਵੇ ਤੂੰ ਬਾਸਾ, ਜਨਮ ਮਰਨ ਨਾ ਹੋਏ ਬਨਾਸਾ। ਤੂੰ ਇਸ ਚੱਕਰ ਚੋਂ ਨਿਕਲ ਸਕਦਾ, ਐਸੇ ਜੂਨ ਵਿੱਚ ਨਿਕਲ ਸਕਦਾ, ਨਹੀਂ ਤਾਂ ਤੂੰ ਬਾਰ-ਬਾਰ ਇਸ ਜੂਨਾਂ ਚ 84 ਦਾ ਹਜੇ ਤੁਸੀਂ ਇਸ ਜੂਨ ਚ ਦੁਖੀ ਹੋਏ। ਮੈਨੂੰ ਕੋਈ ਬੰਦਾ ਖੁਸ਼ ਨਹੀਂ ਲੱਭਦਾ। ਇੱਕ ਸਾਡੇ ਕੋਲ ਲੈਸਨ ਹੁੰਦਾ ਸੀ ਅਨਚਾਰਟਡ ਸ਼ਾਲਟ, ਉਹਦੇ ਚ ਗੱਲ ਲਿਖੀ ਹੋਈ ਸੀ ਕਿ ਇੱਕ ਰਾਜਾ ਬਹੁਤ ਬਿਮਾਰ ਹੋ ਗਿਆ, ਇੰਨਾ ਬਿਮਾਰ ਹੋ ਗਿਆ, ਬੜੇ ਹਕੀਮਾਂ ਨਾਲ ਇਲਾਜ ਕੀਤਾ, ਕੋਈ ਉਹਦੀ ਟ੍ਰੀਟਮੈਂਟ ਨਹੀਂ ਹੋਈ। ਬਾਅਦ ਚ ਉਸ ਰਾਜੇ ਨੂੰ ਕਿਸੇ ਨਾਲ ਸਿਆਣੇ ਨੇ ਕਿਹਾ ਵੀ ਇੱਕ ਤਰੀਕਾ ਇਹਦਾ ਠੀਕ ਹੋਣ ਦਾ ਹੈ। ਆਖਿਆ ਦੱਸੋ ਕੀ ਹੈ? ਅੰਦਰ ਵੀ ਇਹਨੂੰ ਕਿਸੇ ਖੁਸ਼ ਰਹਿਣ ਵਾਲੇ ਬੰਦੇ ਦੀ ਕਮੀਜ਼ ਪਾ ਦਿੱਤੀ ਜਾਏ, ਇਹ ਠੀਕ ਹੋ ਜਾਏਗਾ। ਉਹਨਾਂ ਫੌਜਾਂ ਭੇਜ ਦਿੱਤੀਆਂ ਵੀ ਕੋਈ ਬੰਦਾ ਲੱਭ ਕੇ ਲਿਆਓ ਜਿਹੜਾ ਖੁਸ਼ ਰਹਿੰਦਾ ਹੋਵੇ। ਦੁਨੀਆ ਦਾ ਕੋਈ ਵੀ ਬੰਦਾ ਖੁਸ਼ ਰਹਿਣ ਵਾਲਾ ਹਮੇਸ਼ਾ ਨਹੀਂ ਮਿਲ ਰਿਹਾ, ਪਰੇਸ਼ਾਨ ਹੋ ਜਾਂਦੇ ਨੇ। ਫਿਰ ਦੱਸਦੇ ਨੇ ਇੱਕ ਬੰਦਾ ਮਿਲਦਾ, ਉਹ ਰੇਟ ਚ ਲੇਟਦਾ, ਕੋਈ ਝੱਗਾ ਨਹੀਂ, ਕੋਈ ਉਹਦਾ ਕੋਈ ਕੁਸ਼ਾਰਾ ਨਹੀਂ, ਕੁਛ ਨਹੀਂ, ਉਦੋਂ ਹੀ ਲੇਟੀ ਜਾਂਦਾ ਤੇ ਹੱਸੀ ਜਾਂਦਾ। ਅੰਦਰ ਕਿਦਾਂ? ਅੰਦਰ ਬਸ ਠੀਕ ਹੈ, ਨੰਦੇ ਨੰਦਾ, ਕੋਈ ਰੋਟੀ ਦਾ ਫਿਕਰ ਨਹੀਂ, ਕਿਸ ਚੀਜ਼ ਦਾ ਵੀ ਕੋਈ ਫਿਕਰ ਨਹੀਂ ਗਾ, ਲੇਟ ਦਿਆ। ਆਂਦਾ ਵੀ ਹਾਂ ਇਹ ਬੰਦਾ ਤਾਂ ਮਿਲ ਗਿਆ। ਰਾਜੇ ਨੂੰ ਜਾ ਕੇ ਕਹਿੰਦੇ ਵੀ ਇੱਕ ਬੰਦਾ ਮਿਲ ਤਾਂ ਗਿਆ, ਪਰ ਮੁਸ਼ਕਲ ਇਹ ਹੈ ਵੀ ਬੰਦੇ ਦੀ ਕਮੀਜ਼ੇ ਹੈ ਨਹੀਂ ਸੀ, ਤੈਨੂੰ ਪਾਣ ਨੂੰ ਕੀ ਦੇ ਦਈਏ। ਇਹ ਫਿਰ ਗੁਰੂ ਪਾਤਸ਼ਾਹ ਨੇ ਜਿਹੜਾ ਮਿਸ਼ਨ ਤੋਰਿਆ, ਗ੍ਰਸਤ ਨੂੰ ਨਾਲ ਰੱਖ ਕੇ ਪਰਮਾਰਥ ਨੂੰ, ਦੋਹਾਂ ਨੂੰ, ਭਗਤੀ ਸ਼ਕਤੀ ਨੂੰ, ਗ੍ਰਸਤ ਦੇ ਨਾਲ ਪਰਮਾਰਥ ਨੂੰ ਜੋੜ ਕੇ ਇੱਕ ਨਵੀਂ ਚੀਜ਼ ਟੈਕਨੀਕ ਲਿਆਂਦੀ ਸੀ ਇਸ ਧਰਤੀ ਤੇ, ਜਿਹਦੇ 'ਚ ਸਾਨੂੰ ਬੜੀ ਖੁਸ਼ ਹੋ ਕੇ ਚੱਲਣਾ ਚਾਹੀਦਾ ਸੀ। ਉਹ ਅੱਜ ਸਾਡੇ ਕੋਲੋਂ ਹੱਥੋਂ ਖੁੰਝ ਚੁੱਕੀ ਹੈ। ਅਸੀਂ ਥਾਂ ਥਾਂ ਤੇ ਧੱਕੇ ਖਾਣ ਰਹੇ ਹਾਂ। ਇੱਥੇ ਕਾਲੇ ਇਲਮ ਵਾਲੇ ਧਾਗੇ, ਤਵੀਤ, ਜੰਤਰ ਮੰਤਰ ਸਾਨੂੰ ਡਰਾਇਆ ਹੋਇਆ। ਮੈਂ ਨਾ ਝੱਗੇ ਵਾਲਿਆਂ ਸੰਤਾਂ ਤੋਂ ਡਰ ਗਿਆ ਹੈ, ਉਹਨਾਂ ਤੋਂ ਵੀ ਅਸੀਂ ਡਰ ਗਏ ਹਾਂ। ਅਸੀਂ ਹਰ ਪਾਸੋਂ ਡਰ ਗਏ। ਜਿਹੜੇ ਲਾਲ ਝੱਗੀਆਂ ਵਾਲੇ ਉਹਨਾਂ ਤੋਂ ਡਰੇ ਹਾਂ, ਤੇ ਜਿਹੜੇ ਜਾਦੂ ਟੂਣੇ ਵਾਲੇ ਉਹਨਾਂ ਤੋਂ ਡਰੇ ਹੋਏ ਹਾਂ। ਸਾਡੇ ਸਾਰੇ ਹੀ ਡਰ ਲਾ ਕੇ ਸਾਨੂੰ ਨਿਰਭਉ ਪਦਵੀ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ। ਸਿਰਫ ਬਾਣੀ ਤੇ ਬਾਣੀ ਦੇ ਪ੍ਰਭਾਵ ਨੂੰ ਕਰ ਥੱਲੇ ਤੇ ਜਾਪ ਥੱਲੇ ਸਾਰੇ ਨਾਲ ਆਏ। ਪਰਲੋਕ ਦਾ ਡਰ ਵੀ ਲਾਇਆ ਹੋਇਆ ਸੀ। ਜਿਹੜੇ ਕਹਿੰਦੇ ਇਹਨਾਂ ਨੂੰ ਡਰਾਇਆ ਹੋਇਆ, ਨਹੀਂ ਡਰਾਇਆ ਨਹੀਂ ਗਾ, ਅਸਲੀਤ ਹੈ, ਇਹਨੂੰ ਡਰਾਇਆ ਨਾ ਸਮਝੋ। ਸੋ ਇਸ ਕਰਕੇ ਜੇ ਧਰਮ ਸਾਰੇ ਆਪੋ ਆਪਣੇ ਧਰਮ ਵਿੱਚ ਚੱਲਦੇ ਰਹਿਣ, ਇਹਨਾਂ ਗੱਲਾਂ ਦੀ ਜ਼ਰੂਰ ਪਾਲਣਾ ਕਰਨ, ਪ੍ਰਭੂ ਤੇ ਵਿਸ਼ਵਾਸ ਰੱਖਣ, ਪਰਲੋਕ ਬਾਰੇ ਚੇਤਾ ਰੱਖਣ, ਅੱਗੇ ਜਿਹੜਾ ਲੇਖਾ ਹੈ ਉਹਦੇ ਬਾਰੇ ਵੀ ਧਿਆਨ ਰੱਖਣ। ਗੁਰੂ ਪਾਤਸ਼ਾਹ ਲਿਖਦੇ ਨੇ ਸਭਨਾ ਕਾ ਦਰ ਲੇਖਾ ਹੋਏ, ਸਭਨਾ ਕਾ ਲਿਖਿਆ। ਉੱਥੇ ਇਹ ਨਹੀਂ ਵੀ ਸਿੱਖਾਂ ਦਾ ਜਾਂ ਫਲਾਣੇ ਦਾ, ਕੇਵਲ ਜਿਹੜੀਆਂ ਹੇਠਲੀਆਂ ਜੂਨੀਆਂ ਉਹਨਾਂ ਦਾ ਲੇਖਾ ਨਹੀਂ, ਉਹ ਭੋਗ ਜੂਨੀਆਂ ਨੇ, ਮਨੁੱਖ ਜੂਨੀ ਦਾ ਲੇਖਾ ਹੈ। ਅਗਲੀ ਪੰਕਤੀ ਲਿਖਦੇ ਨੇ ਕਰਨੀ ਬਾਝੋਂ ਤਰੇ ਨਾ ਕੋਈ, ਜੇ ਕਰਨੀ ਕਰਤੂਤ ਤੁਸੀਂ ਅੱਛੀ ਨਾ ਰੱਖੀ ਤੇ ਤੁਸੀਂ ਉੱਥੇ ਛੁੱਟ ਨਹੀਂ ਸਕਦੇ। ਐਸੀ ਪਿਉਣ ਦਿੱਤੇ ਹੋਏ ਔਰ ਬੜੀਆਂ ਸਜ਼ਾਵਾਂ ਦਿੱਤੀਆਂ ਹੋਈਆਂ ਭਾਂਤ ਭਾਂਤ ਦੀਆਂ। ਤਿਲ ਪੀੜੇ ਜੋ ਕਹਾਣੀਆਂ ਜਿਹੜੀ ਇੱਥੋਂ ਦੀ ਪੁਆਇੰਟ ਦਿੱਤਾ, ਉਹ ਸਾਨੂੰ ਸਮਝਾਉਣ ਵਾਸਤੇ ਦਿੱਤਾ। ਤਕਲੀਫ ਐਨੀ ਫੀਲ ਕੀਤੀ ਜਾਊਗੀ ਜਿਵੇਂ ਤਿਲ ਨੂੰ ਕਹਾਣੀ ਵਿੱਚੋਂ ਪੀੜਿਆ ਜਾਂਦਾ। ਫੀਲਿੰਗ ਹੋਏਗੀ ਐਨੀ, ਮਰੇਗਾ ਨਹੀਂ ਉੱਥੇ, ਅੱਗੇ ਸੁੱਟ ਦਿੱਤਾ ਜਾਏਗਾ, ਸੜੇਗਾ ਨਹੀਂ। ਫੀਲਿੰਗ ਕੀਤੀ ਜਾਊਗੀ ਵੀ ਜਿੱਦਾਂ ਹੁਣ ਇੱਥੇ ਕਰਦਾ, ਏਦਾਂ ਕੀਤਾ ਜਾਵੇ। ਸੋ ਇਸ ਕਰਕੇ ਗੁਰੂ ਪਿਆਰਿਓ, ਤੁਸੀਂ ਲੰਮੇ ਸਮੇਂ ਤੋਂ ਬੈਠ ਰਹੇ ਹੋ ਗੁਰੂ ਦਰਬਾਰ ਵਿੱਚ, ਬੜੇ ਹੀ ਸਿਆਣੇ ਹੋ, ਬੜੇ ਸੱਚੇ ਤਰੀਕੇ ਨਾਲ ਬੈਠੇ ਹੋ। ਗੁਰੂ ਪਾਤਸ਼ਾਹ ਵੀ ਅੱਜ ਬਹੁਤ ਖੁਸ਼ ਹੋਣਗੇ ਵੀ ਇਸ ਤਰੀਕੇ ਦੀ ਸੰਗਤ ਮੈਨੂੰ ਕਿਤੇ, ਮੈਂ ਜਿਹਨੂੰ ਡੀਕਦਾ ਰਹਿਣਾ ਰੋਜ਼ ਬਹਿ ਕੇ ਆਪਣੇ ਘਰਾਂ ਵਿੱਚ, ਗੁਰਦੁਆਰਿਆਂ ਵਿੱਚ ਡੀਕਦਾ ਵੀ ਸੰਗਤਾਂ ਕਿਤੇ ਮੇਰੇ ਕੋਲ ਆਣ ਤੇ ਮੇਰੇ ਤੋਂ ਕੁਝ ਲੈ ਕੇ ਜਾਣ, ਮੈਨੂੰ ਦੇ ਜਾਣ ਆਪਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਤੇ ਮੇਰੇ ਤੋਂ ਲੈ ਕੇ ਜਾਣ ਸੰਤੋਖ, ਧੀਰਜ, ਸਹਿਨਸ਼ੀਲਤਾ, ਪਰਉਪਕਾਰ, ਖਿਮਾ ਤੇ ਸੱਚ। ਇਹਦੇ ਧਾਰਨੀ ਹੋਣ ਤੇ ਇੱਕ ਨਵੀਂ ਸਿਰਜਣਾ ਸਿਰਜੀ ਜਾਏ।
ਸੋ ਮਹਾਰਾਜ ਉਹਦਾ ਚ ਸ਼ੁਰੂਆਤ ਹੈ। ਜੇ ਅਮੀਰ ਬੰਦੇ ਵੀ ਐਸੇ ਤਰੀਕੇ ਨਾਲ ਲੜਕੀਆਂ ਨੂੰ ਘਰੋਂ ਤੋਰ ਲਾ ਪੈਣ, ਇਹ ਠੀਕ ਹੈ ਵੀ ਇਕੱਠ ਮੱਠ ਜ਼ਿਆਦਾ ਹੈ, ਉਹਦੇ ਚ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਕੋਸ਼ਿਸ਼ ਕੀਤੀ ਜਾਏ ਇਸ ਸਮਾਗਮ ਨੂੰ ਬਹੁਤ ਹੀ, ਇਹ ਤਾਂ ਸੰਗਤ ਦੀ ਸੇਵਾ ਕਰਦੇ ਨੇ, ਗੁਜਾਇਸ਼ ਹੈ ਗੁਰੂ ਦਾ ਦਿੱਤਾ ਕਰ ਰਹੇ ਨੇ, ਪਰ ਕੋਈ ਮੇਰੇ ਵਰਗਾ ਜਿਹਦਾ ਕੋਈ ਪਹੁੰਚ ਨਹੀਂ ਹੈ, ਉਹਦੇ ਮੈਨੂੰ ਪੱਕਾ ਪਤਾ ਉੱਥੇ ਬਹੁਤ ਇਕੱਠ ਮਿੱਠ ਵੀ ਨਹੀਂ ਹੁੰਦਾ, ਉੱਥੇ ਅੱਗੇ ਬਹੁਤ ਥੋੜੇ ਜਿਹੇ ਬੰਦੇ ਹੁੰਦੇ ਨੇ, ਤੇ ਤਾਂ ਕਿ ਲੜਕੀ ਵਾਲੇ ਤੇ ਕਿਸ ਕਿਸਮ ਦਾ ਭਾਰ ਨਾ ਪਾਇਆ ਜਾਏ। ਜਿੰਨੇ ਲੜਕੀ ਵਾਲਾ ਬੰਦੇ ਮੰਗਾਏ ਉਨੇ ਹੀ ਲੜਕਾ ਸਹੁਰੇ ਘਰ ਲੈ ਕੇ ਬੰਦੇ ਜਾਏ ਆਪਣੇ ਨਾਲ, ਔਰ ਦੋਹਾਂ ਪਾਸੋਂ ਤੋਂ ਸ਼ਬਦ ਗਾਏ ਜਾਣ, ਤੂੰ ਘਰ ਆ ਸੱਜਣਾ। ਉਹ ਵੀ ਲੜਕੇ ਵਾਲੀ ਕੋਈ ਮਿਲਣੀ ਨਹੀਂ ਰੱਖੀ ਹੋਈ ਸਾਡੀ ਵੀ ਅਸੀਂ ਛਾਪ ਪਾਣੀ ਹੈ, ਜਾਂ ਅਸੀਂ ਰਿੰਗ ਸੈਰੇਮਨੀ ਕਰਨੀ ਹੈ, ਜਾਂ ਅਸੀਂ ਕੋਈ ਕੰਬਲ ਦੇਣਾ ਹੈ। ਉਹ ਤਾਂ ਵੀਰ ਜੀ ਨੇ ਪੜ੍ਹ ਦਿੱਤਾ, ਹੋਰ ਮਨਮੁਖ ਜੋ ਦਾਜ ਰੱਖ ਦਿਖਾਲੇ ਸੇ ਕੂੜ ਹੰਕਾਰ ਕਰ ਪਾਜੋ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਮੈਨੂੰ ਸ਼ੁਭ ਗੁਣਾਂ ਦਾ ਦਾਨ ਦੇ ਪਿਤਾ ਜੀ, ਮੈਂ ਉਸ ਘਰ ਵਿੱਚ ਜਾ ਕੇ ਆਪਣੀ ਸੰਤੁਸ਼ਟੀ ਕਰ ਪਾਵਾਂ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ। ਮੇਰੇ ਕੋਲ ਇੰਨੇ ਸ਼ਬਦ ਨਹੀਂ ਹੈ ਜਿਹੜਾ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ, ਇਹਨਾਂ ਪਰਿਵਾਰਾਂ ਦਾ ਜਿਹੜੇ ਇੱਕ ਸਾਊਂਡ ਪੋਜੀਸ਼ਨ ਹੋ ਕੇ, ਉਹਨਾਂ ਪੈਲਸਾਂ ਤੋਂ ਗਰੇਜ ਕਰਕੇ, ਉਹਨਾਂ ਕੁਰਸੀਆਂ ਤੋਂ ਗਰੇਜ ਕਰਕੇ ਭੁੰਜੇ ਬਹਿ ਕੇ ਪ੍ਰਸ਼ਾਦਾ ਛਕਾਣਾ। ਜਿੱਥੇ ਅਕਬਰ ਬਾਦਸ਼ਾਹ ਇਹਨਾਂ ਦੋੜੀਆਂ ਤੇ ਬਹਿ ਕੇ ਲੰਗਰ ਛਕ ਕੇ ਗਿਆ, ਉਹਨੂੰ ਥੱਲੇ ਜਿਹੜਾ ਕਲੀਨ ਵਿਛਾਇਆ ਗਿਆ ਉਹਨਾਂ ਇੱਕ ਪਾਸੇ ਕਰ ਦਿੱਤੇ ਵੀ ਨਹੀਂ, ਇਹ ਫਕੀਰਾਂ ਦਾ ਦਰ ਹੈ, ਇੱਥੇ ਨਿਮਰਤਾ ਪੂਰਵਕ ਆਉਣਾ ਚਾਹੀਦਾ। ਸੋ ਇਹ ਵੀ ਉਹੇ ਫਕੀਰ ਨੇ, ਇਹੋ ਇਹ ਅਵਤਾਰ ਨੇ, ਉਹੇ ਪੈਗੰਬਰ ਨੇ, ਜਿੱਥੇ ਸਾਨੂੰ ਨਿਉਣਾ ਪੈਂਦਾ ਮਨ ਕਰਕੇ, ਤਨ ਕਰਕੇ ਨਿਉਣ ਨੂੰ ਕਹਿ ਦਿੰਦੇ ਨੇ ਕਿ ਸੀਸ ਨਵਾਇਆ ਕਿਆ ਥੀਐ, ਜਾ ਹਿਰਦੈ ਕੁਸੁਤਿ ਜਾਹੇ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ। ਤੁਹਾਡੇ ਇਲਾਕੇ ਦੇ ਸੇਵਾਦਾਰ ਵੀ ਆਏ ਨੇ ਇਸ ਸਮੂਲੀਅਤ ਕਰਨ ਤੁਹਾਡੀ ਖੁਸ਼ੀ ਦੇ ਸਮਾਗਮ ਵਿੱਚ, ਪਰ ਗੁਰੂ ਪਾਤਸ਼ਾਹ ਰਹਿਮਤ ਕਰਨ। ਮੈਨੂੰ ਬੜਾ ਇਸ ਗੱਲ ਦਾ ਇੱਕ ਦੁੱਖ ਜਿਹਾ ਕਾਫੀ ਲੰਮੇ ਸਮੇਂ ਤੋਂ ਕਿ ਪਾਕਿਸਤਾਨ ਵਿੱਚ ਆਨੰਦ ਐਕਟ ਲਾਗੂ ਹੋਇਆ ਪਿਆ। ਆਨੰਦ ਐਕਟ ਇੱਕ ਮਸਾ ਬਣਾਇਆ ਸੀ ਸਾਡਾ, ਵੀ ਸਿੱਖਾਂ ਦਾ ਆਨੰਦ ਕਾਰਜ ਅਸੀਂ ਬਾਹਰ ਲੈ ਜਾਂਦੇ ਹਾਂ ਸਰਟੀਫਿਕੇਟ ਲੈ ਕੇ, ਤੇ ਸਾਨੂੰ ਹਿੰਦੂ ਕੋਰਟ ਥੱਲੇ ਸਾਨੂੰ ਇੱਕ ਸਰਟੀਫਿਕੇਟ ਮਿਲਣਾ, ਮੈਂ ਕੱਟਣਾ ਪੈਂਦਾ। ਪਾਕਿਸਤਾਨ ਚ ਆਨੰਦ ਐਕਟ ਲਾਗੂ ਹੋਏ, ਮੈਨੂੰ ਪਤਾ ਲੱਗਿਆ ਸ਼ਾਇਦ ਬਿਹਾਰ ਵਿੱਚ ਵੀ ਆਨੰਦ ਐਕਟ ਲਾਗੂ ਹੋਏ, ਸ਼ਾਇਦ ਹੋਰ ਕਿਹੜੀ ਸਟੇਟ ਵਿੱਚ ਉੱਥੇ ਵੀ ਆਨੰਦ ਐਕਟ ਲਾਗੂ ਹੋਏ। ਤੇ ਜਿੱਥੇ ਸਿੱਖੀ ਦਾ ਗੜ੍ਹ ਹੈ ਪੰਜਾਬ, ਉੱਥੇ ਆਨੰਦ ਐਕਟ ਹਜੇ ਤੱਕ ਲਾਗੂ ਹੀ ਨਾ ਕੀਤਾ ਜਾਏ। ਕਿਉਂ ਨਹੀਂ ਕੀਤਾ ਗਿਆ? ਕੀ ਪ੍ਰੋਗਰਾਮ ਹੈ? ਜਦੋਂ ਜਾਂ ਤਾਂ ਆਨੰਦ ਕਾਰਜ ਕਰਨ ਨਾ, ਜੇ ਆਨੰਦ ਕਾਰਜ ਕਰਦੇ ਤੇ ਐਕਟ ਲਾਗੂ ਕਰਨ ਚ ਕੀ ਸਾਡੀ ਆਪਣੀ ਹੁੰਦੇ ਅੱਡਰੀ ਹੋਂਦ ਨਾ ਅਸੀਂ ਦੱਸ ਸਕੀਏ, ਜਦੋਂ ਕਿ ਸਾਨੂੰ ਸ਼ੁਰੂ ਤੋਂ ਨਹੀਂ ਅੱਡਰੇ ਕੀਤਾ ਹੋਇਆ, ਨਾਰਾਪਣ ਦਿੱਤਾ ਹੋਇਆ ਸਾਡੇ ਕੋਲ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰਨ। ਮੈਂ ਹੁਣ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਣਾ। ਮੇਰੇ ਇੱਕ ਅੱਜ ਦੇ ਦਿਨ ਚ ਇੱਕ ਭਾਈ ਜੇਠੇ ਜੀ ਦਾ ਦਿਨ ਮਨਾ ਰਹੇ ਨੇ, ਉਹ ਵਿਚਾਰੇ ਹਜੇ ਵੀ ਆਪਣੇ ਆਪ ਨੂੰ ਮਜ਼੍ਹਬੀ ਸਿੰਘ ਸਮਝਦੇ ਨੇ, ਉਹ ਉਹਨਾਂ ਦਾ ਦਿਨ ਮਨਾ ਰਹੇ ਨੇ ਕਿਤੇ। ਤੇ ਮੇਰੇ ਕੋਲ ਉਹ ਵੀ ਗਏ ਸੀ, ਸਾਦੇ ਸਾਦੇ ਕੱਪੜੇ ਸੀ ਉਹਨਾਂ ਕੋਲ, ਇੱਥੇ ਬਹੁਤ ਸੋਹਣੇ ਸੋਹਣੇ ਕੱਪੜਿਆਂ ਵਾਲੇ ਜੀ ਬੈਠੇ ਨੇ, ਉੱਥੇ ਬਿਲਕੁਲ ਸਾਦੇ ਸਾਦੇ ਜਿਹੇ ਕੱਪੜੇ, ਕਿਰਪਾਨਾਂ ਉੱਤੋਂ ਦੀਆਂ ਪਾਈਆਂ ਹੋਈਆਂ। ਮੈਨੂੰ ਖੁਸ਼ੀ ਹੋਈ ਜਿੱਥੇ ਸਾਨੂੰ ਇੱਥੇ ਅਨਾਉਂਸ ਕੀਤਾ ਗਿਆ ਗੁਰਦਾਸਪੁਰ ਚ ਕਿ ਈਸਾਈ ਮਿਸ਼ਨਰੀ ਜਿਹੜੇ ਨੇ ਉਹ ਧੜਾ ਧੜ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਆਪਣੇ ਚ ਜੋੜਦੇ ਜਾ ਰਹੇ ਨੇ, ਉੱਥੇ ਸਾਨੂੰ ਕੁਝ ਜਾਗਰਤੀ ਹੋਣੀ ਚਾਹੀਦੀ। ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਇੰਨੇ ਵੀ ਹੱਸੀ ਵੀ ਕਿਸੇ ਪਿਓ ਦੇ ਪੁੱਤ ਹੈ। ਇਹ ਪਹਿਲੀ ਕੌਮ ਹੈ। ਆਖਰੀ ਮੈਂ ਸਮਾਪਤੀ ਤੋਂ ਪਹਿਲਾਂ ਦੋ ਚਾਰ ਬੇਨਤੀਆਂ ਕਰਨੀਆਂ ਨੇ। ਪਹਿਲੀ ਬੇਨਤੀ ਹੈ, ਹੁਕਮ ਹੈ ਪੀਵੋ ਪਹਲ ਖੰਡੇ ਤਾਲ। ਉਹਨਾਂ ਦਾ ਜਨੇਊ, ਉਹਨਾਂ ਦੀ ਸੁਨਤ ਮੁਬਾਰਕ ਹੈ, ਉਹਨਾਂ ਦਾ ਪਾਣੀ ਚ ਗੋਤਾ ਮੁਬਾਰਕ ਹੈ। ਸਿੱਖਾਂ ਨੂੰ ਹੁਕਮ ਹੈ ਚਰਨ ਪੌਲ ਤੋਂ ਬਾਅਦ ਖੰਡੇ ਦੀ ਪੌਲ ਦਾ, ਪੀਵੋ ਪਹਲ ਖੰਡੇ ਤਾਲ। ਹੋਏ ਜਨਮ ਸੇਲਾ ਬਾਰੇ ਮੈਂ ਕਹੂੰਗਾ, ਜਿਹੜੇ ਘਰ ਵਿੱਚ ਬੇਈਮਾਨੀ ਦੀ ਕਮਾਈ ਨਾ ਹੋਏ। ਇਹ ਗੱਲ ਸਿਸਟਮ ਤਾਂ ਠੀਕ ਹੋਣਾ ਸੀ ਜੇ ਇਹ ਸਾਰੇ ਬੰਦੇ ਜਿਹੜੇ ਅੱਗੇ ਲੱਗਣ ਵਾਲੇ ਇਹ ਇਸ ਗੱਲ ਨੂੰ ਤਰਜੀਹ ਦੇਣ ਵੀ ਮੈਂ ਛੇਤੀ ਚਲੇ ਜਾਣਾ ਤੇ ਅੱਗੇ ਮੇਰਾ ਇੱਕ ਲੇਖੇ ਵਿੱਚੋਂ ਦੀ ਮੈਨੂੰ ਲੰਘਣਾ, ਉੱਥੇ ਮੈਂ ਇੰਡੀਵਿਜੂਅਲ ਹੋਣਾ, ਮੇਰਾ ਪਰਿਵਾਰ ਨਹੀਂ ਹੋਣਾ, ਮੇਰਾ ਰੁਤਬਾ ਨਹੀਂ ਹੋਣਾ, ਮੇਰੀ ਕੋਈ ਜਾਤ ਵਰਨ ਨਹੀਂ ਹੋਣੀ। ਉੱਥੇ ਸਿਰਫ ਮੇਰੇ ਕੀਤੇ ਹੋਏ ਕਰਮਾਂ ਦਾ ਹੀ ਫੈਸਲਾ ਹੋਣਾ। ਚੰਗਿਆਈਆਂ ਬੁਰਾਈਆਂ ਬਾਚੈ ਧਰਮ ਹਦੂਰ, ਇਹ ਕੋਟਾਂ 'ਚ ਫੈਸਲੇ ਨਹੀਂ ਹੋ ਸਕਦੇ। ਕੁਝ ਚੰਦ ਫੈਸਲੇ ਠੀਕ ਹੋ ਜਾਣਗੇ, ਬਾਕੀ ਫੈਸਲੇ ਧੱਕੇ ਨਾਲ ਕਰਾਏ ਜਾਣਗੇ। ਧੱਕੇ ਨਾਲ ਪਰਚੇ ਪੰਜਾਬ 'ਚ ਹੋਣਦੇ ਨੇ, ਆਪੇ ਬਾਂਹ ਵੱਢਣੀ ਹੈ। ਪਤਾ ਸਾਰਿਆਂ ਨੂੰ ਵੀ ਪਰਚਾ ਝੂਠਾ ਹੋਣ ਦਿਆ, ਕਰਵਾ ਰਹੇ ਨੇ, ਦੇ ਰਹੇ ਹੈ, ਅੱਗੇ ਤੋਰ ਰਹੇ ਹੈ ਵੀ ਕੋਈ ਨਹੀਂ, ਕੋਈ ਗੱਲ ਨਹੀਂ, ਇਹਨੂੰ ਜਦ ਐਦੇ ਸਿੱਧਾ ਕਰਨਾ ਪੈਣਾ। ਆਹ ਸਾਡੀਆਂ ਜਿਹੜੀਆਂ ਸੋਚਾਂ ਨੇ ਉਹ ਮੈਂ ਇਹਨਾਂ ਤੋਂ ਬਰਖਲਾਫ ਹੈ। ਉਸੇ ਗੱਲ ਤੇ ਮੇਰਾ ਲੇਖਾ ਹੋਣਾ, ਮੇਰੇ ਤੋਂ ਐਸਾ ਕੋਈ ਕਿਸੇ ਦਾ ਦਿਲ ਦਿਖਾਵਾ ਕੰਮ ਨਾ ਹੋਏ।
ऐसी जिहड़ी मैं आप जी के चरणों च बेनती की है कि पीवो पौहल खंडे धार होए जन्म सहेला, जेड़े घर च बेईमानी दी ठगी दी कमाई नहीं होएगी, जेड़े घर च परमात्मा ते सिदक होएगा, चाहे हिंदू दे घर च चीजां, जेड़े घर च सच दी धारणा होएगी, जेड़े घर च दूजे दा भला करन दी रुचि होएगी, जेड़े घर विच कोई भी गंदा मीडिया प्रसारण नहीं होएगा, जेड़े घर विच गुरु पातशाह करदे सारे ही जियां दा जन्म सहेला हो सकता है जे वो अपने पैगंबरां दी दसी हुई मर्यादा नूं संपूर्ण कर। अगला है पीवो पौहल खंडे धार होए जन्म सहेला, बाहो बाहो गोविंद सिंह आपे गुरचेला। दुनिया का एक पहला कि रहनी रह सोई सिख मेरा, जेड़े मेरे दसे हुए कायदे कानून भी चलेगा, मेरा गुरु ते सिख दा उहदे नाल रिश्ता होएगा। उन्होंने दर्जा की दिता जा रहा गुरु घर बच्चों, ओ साहिब मैं उसका सिखी तिखी दी धारणा दर है, रहत बिना दर चोटा खावे। आखिरी पंक्ति है कि सतगुर बाजो गुर नहीं कोई। जिवें साडे समाज विच पत्नी दे दो पति नहीं हो सकते, जिवें भी लड़ा मरांगे कम करांगे। हुण असीं पंजाबी सिख हैं, हुण असीं सिक्खी वास्ते भी यतन करांगे भी गुरु नानक दी सिक्खी वाधी रहे ते आपां उहदा योगदान पांदे चलीए, अपने बच्चों ने चंगी विचारधारा दे के जाइए, नहीं तो उन्हें शराब ते समैक दे जाओगे वो किसे जोगे नहीं होगे। अगे तुहाडे च इह सोच आई है कि वध के अपने पिंड इकाई के तौर पर इकट्ठा करके वोटां जिन्हों मर्जी पाओ, संविधानिक हक है, पर वोटां तो बाद तुसीं इकट्ठे हो जाओ, एक दूजे की विरोधता खड़े हो गए, अपना अपना तुसीं नुकसान चौका पीड़ी जाओ। ये गल मैं जरूर बेनती करूंगा कि